पई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ। ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 11 ਅੱਸੂ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 26 ਸਤੰਬਰ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
बैठा सै। जिन कीती सो मनना, जिन कीती सो मनना, जिन कीती सो मनना, वो साल जवाने साले, धर्म राय है देवता, ले गल्ला करे दलाली। जिन कीती सो मनना, को साल जिवाहे साली, धर्म राय है देवता, गल्ला करे दलाली। मल तख्त बैठा सै डाली, मल तख्त बैठा सै डाली। नानक काया पलट कर, मल तख्त बैठा सै। नानक काया पलट कर, मल तख्त बैठा सै डाली। मल तख्त बैठा सै डाली, मल तख्त बैठा सै डाली। नानक काया पलट कर, मल तख्त बैठा। नानक काया पलट कर, मल तख्त बैठा सै डाली। सतगुरु आखे सोई करे, सा बात होवे दरहाली। सतगुरु आखे सोई करे, सा बात होवे दरहाली। गुर अंगद ते दोगी फिरी, मन करते बात बवाली। मल तख्त बैठा सै डाली, मल तख्त बैठा सै डाली। नानक काया पलट कर, मल तख्त बैठा सै डाली। नानक काया पलट कर, मल तख्त बैठा सै डाली। मल तख्त बैठा सै डाली, मल तख्त बैठा सै डाली। नानक काया पलट कर, मल तख्त बैठा सै डाली। नानक काया पलट कर, मल तख्त बैठा सै डाली।
ਦਰ ਦਰਵੇਸ ਖਸਮ ਦੇ ਨਾਏ ਸੱਚੇ ਬਾਣੀ ਲਾਲੇ ਦਰ ਦਰਵੇਸ ਖਸਮ ਦੇ ਨਾਏ ਸੱਚੇ ਬਾਣੀ ਲਾਲੇ ਬਲਵੰਤ ਖੀਰੀ ਨੇਕ ਕਨ ਜਿਸ ਬਹੁਤੀ ਛਾਉ ਪਤਰਾਲੇ ਬਲਵੰਤ ਖੀਰੀ ਨੇਕ ਕਨ ਜਿਸ ਬਹੁਤੀ ਛਾਉ ਪਤਰਾਲੇ ਮਲ ਤਖਤ ਬੈਠਾ ਸੈ ਡਾਲੀ ਤਖਤ ਬੈਠਾ ਸੈ ਡਾਲੀ ਨਾਨਕ ਤਾਇਆ ਪਲਟਾਰ ਮਲ ਤਖਤ ਬੈਠਾ ਸੈ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਗਿਆਲੀ ਲੰਗਰ ਦੌਲਤ ਵੰਡੀਐ ਵੰਡੀਐ ਵੰਡੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਗਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਗੁਰਮੁਖਾਂ ਕੇ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਮਲ ਤਖਤ ਬੈਠਾ ਸੈਲੀ ਮਲ ਤਖਤ ਬੈਠਾ ਸੈਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਦਾ ਦੀ ਪਏ ਕਬੂਲ ਖਸਮ ਲਾ ਜਾਂ ਕਾਲ ਮਰਦੀ ਕਾਲੀ ਪਏ ਕਬੂਲ ਖਸਮ ਲਾ ਜਾਂ ਕਾਲ ਮਰਦੀ ਕਾਲੀ ਬਲਵੰਤ ਜਾਲ ਮਰਦੀ ਕਾਲੀ
ਮਾਤਾ ਖੀਰੀ ਸਦਾ ਸੋਏ ਜਿਸ ਬਹੁਤੀ ਸ਼ਾਮਤ ਰਾਤ ਮਾਤਾ ਖੀਰੀ ਸੋ ਸੋਏ ਜਿਨ ਗੋਏ ਉਠਾ ਲਈ ਫੇਰ ਮਸਾਇਆ ਸਤਿਗੁਰ ਖਾਡੂ ਸਤਿਗੁਰ ਖਾਡੂ ਬਾਬਾ ਨੇ ਗੁਰ ਅੰਗਦ ਆਇਆ ਬਾਬਾ ਨੇ ਅੰਗਦ ਆਇਆ ਮਾਤਾ ਕੀ ਸੋਏ ਜਿਨ ਕੋਏ ਖਾਲੀ ਮਾਤਾ ਕੀ ਜਿਨ ਕੋ ਮਲ ਤਖਤ ਬੈਠਾ ਸਡਾਲੀ ਮਲ ਤਖਤ ਬੈਠਾ ਸਡਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਡਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਮਲ ਤਖਤ ਬੈਠਾ ਸਦਾਲੇ ਮਲ ਤਖਤ ਬੈਠਾ ਸਦਾਲੇ ਮਲ ਤਖਤ ਬੈਠਾ ਸਦਾਲੇ ਨਾਨਕ ਆਇਆ ਪਲਟ ਕਰ ਤਖਤ ਬੈਠਾ ਤਖਤ ਬੈਠਾ ਸੈਡਾਲੀ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸਬਦ ਸਿਉ ਚਿਤ ਨਾ ਲਾਵਈ। ਜੇਤ ਸੁਖ ਵਸੈ ਮਨ ਆਏ। ਨਾਨਕ
ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਸਬਦੈ ਸਿਉ ਚਿਤ ਨਾ ਲਾਵਈ, ਜੇਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ, ਅਹਨਿਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਸਤਿਗੁਰੂ ਫੁਰਮਾਇਆ, ਕਾਰਿ ਇਹੋ ਕਰੇਹੋ। ਗੁਰੂ ਦੁਆਰੈ ਹੋਏ ਕੈ, ਸਾਹਿਬ ਸੰਭਾਲੇ ਹੋ। ਸਾਹਿਬ ਸਦਾ ਹਜੂਰ ਹੈ, ਪਰ ਮੈਂ ਕੇ ਛੌੜ ਕੱਟ ਕੈ। ਅੰਤਰ ਜੋਤ ਤਰੇ ਹੋ, ਹਰ ਕਾ ਨਾਮ ਅੰਮ੍ਰਿਤ ਹੈ। ਦਾਰੂ ਇਹੋ ਲਾਏ ਹੋ, ਸਤਿਗੁਰ ਕਾ ਭਾਣਾ ਚਿਤ ਰਖਾਹੋ। ਸੰਜਮ ਸੱਚਾ ਨੇਹੁ, ਨਾਨਕ ਐਥੈ ਸੁਖ ਅੰਦਰ ਰਖਸੀ। ਅੱਗੇ ਹਰ ਸਿਉ ਕੇਲ ਕਰੇ ਹੋ। ਪੌੜੀ ਆਪੇ ਪਾਰ 18 ਬਨਸਪਤ, ਆਪੇ ਹੀ ਫਲ ਲਾਏ। ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹਿ ਪਾਏ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਿਵਾਏ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹਿਆ ਸਮਾਏ। ਜਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ। ਜਿਸਨੋ ਤਿਲ ਨਾ ਤਮਾਏ, ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹੇ
ਰਹਿਆ ਸਮਾਏ। ਜਾਨ ਨਾਨਕ ਵਡਿਆਈ ਆਖੈ ਹਰ ਕਰਤੇ ਕੀ। ਜਿਸਨੋ ਤਿਲ ਨਾ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਬਿਹਾਗੜੇ ਕੀ ਵਾਰ ਕੀ 15ਵੀਂ ਪੌੜੀ ਸ਼ਲੋਕਾਂ ਨਾਲ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਆਪ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ ਮਹੱਲਾ ਤੀਜਾ। ਹੇ ਨਾਨਕ, ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਨਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ। ਸਤਿਗੁਰੂ ਦੇ ਸ਼ਬਦ ਦੇ ਨਾਲ ਮਨ ਨਹੀਂ ਜੋੜਦਾ, ਜਿਸ ਕਰਕੇ ਹਿਰਦੇ ਦੇ ਵਿੱਚ ਸੁਖ ਆ ਵਸੇ। ਤਮੋ ਗੁਣ ਵਿੱਚ ਮਸਤ ਹੋਇਆ ਸਦਾ ਭਟਕਦਾ ਹੈ ਅਤੇ ਦਿਨ ਰਾਤ ਤਮੋ ਗੁਣ ਦੇ ਵਿੱਚ ਸੜਦਿਆਂ ਉਸ ਦੀ ਉਮਰ ਗੁਜ਼ਰਦੀ ਹੈ। ਇਸ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ। ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਹੁੰਦਾ ਉਹੀ ਹੈ। ਸਤਿਗੁਰੂ ਨੇ ਹੁਕਮ ਦਿੱਤਾ ਹੈ, ਭਰਮ ਦਾ ਛੋੜ ਕੱਟਣ ਲਈ ਇਹ ਕਾਰ ਭਾਵ ਇਲਾਜ ਕਰੋ। ਗੁਰੂ ਦੇ ਦਰ ਤੇ ਜਾ ਕੇ ਭਾਵ ਗੁਰੂ ਦੀ ਚਰਨੀ ਲੱਗ ਕੇ ਮਾਲਕ ਨੂੰ ਯਾਦ ਕਰੋ। ਮਾਲਕ ਸਦਾ ਅੰਗ ਸੰਗ ਹੈ। ਅੱਖਾਂ ਅੱਗੋਂ ਭਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਦੇ ਵਿੱਚ ਉਸ ਦੀ ਜੋਤ ਟਿਕਾਓ। ਹਰੀ ਦਾ ਨਾਮ ਅਮਰ ਕਰਨ ਵਾਲਾ ਹੈ। ਇਹ ਦਾਰੂ ਵਰਤੋ। ਸਤਿਗੁਰੂ ਦਾ ਭਾਣਾ ਮੰਨਣਾ ਚਿੱਤ ਵਿੱਚ ਰੱਖੋ ਅਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ। ਹੇ ਨਾਨਕ, ਇਹ ਦਾਰੂ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਹਰੀ ਦੇ ਨਾਲ ਰਲੀਆਂ ਮਾਣੋਗੇ। ਪ੍ਰਭੂ ਆਪ ਹੀ ਵਨਸਪਤੀ ਦੇ 18 ਭਾਰ ਹੈ, ਭਾਵ ਸਾਰੀ ਸ੍ਰਿਸ਼ਟੀ ਦੀ ਵਨਸਪਤੀ ਆਪ ਹੀ ਹੈ। ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ, ਆਪ ਹੀ ਪਾਣੀ ਦਿੰਦਾ ਹੈ ਤੇ ਫਿਰ ਆਪ ਹੀ ਫਲ ਖਾਂਦਾ ਹੈ। ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦਿੰਦਾ ਹੈ ਤੇ ਆਪ ਹੀ ਦਿਵਾਉਂਦਾ ਹੈ। ਮਾਲਕ ਵੀ ਆਪ ਹੀ ਹੈ ਤੇ ਰਾਖਾ ਵੀ ਆਪ ਹੀ ਹੈ। ਆਪ ਹੀ ਸਭ ਥਾਈਂ ਵਿਆਪਕ ਹੈ। ਹੇ ਨਾਨਕ, ਕੋਈ ਬਿਰਲਾ ਸੇਵਕ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਵੀ ਰਤਾ ਮਾਤਰ ਵੀ ਕੋਈ ਤਮਾ ਨਹੀਂ ਹੈ। ਸੋ ਇਹ ਤਾਂ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਉਹ ਇੱਕ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ।
ਰਾਗ ਸੂਹੀ ਮਹੱਲਾ ਤੀਜਾ। हों क्या सलाही किरम जंत हों क्या सलाही किरम जंत। वड्डी तेरी वड्डियाई वड्डी तेरी वड्डियाई सलाही किरम जंत। क्या सलाही किरम जंत। वड्डी तेरी वड्डी तेरी वड्डियाई हों क्या सलाही किरम जंत। हों क्या सलाही किरम जंत। वड्डी तेरी वड्डियाई तू अगम दयाल अगम है। तू अगम दयाल अगम है। आप ले वड्डी तेरी वड्डियाई हो क्या सलाही किरम जंत। वड्डी तेरी वड्डियाई मैं तुझ बिन बेली को नहीं। मैं तुझ बिन बेली को नहीं।
ਸਲਾਹੀ ਕਿਰਨ ਜੰਤ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ ਜੋ ਤੇਰੀ ਸਰਨਾਗਤੀ ਜੋ ਤੇਰੀ ਸਰਨਾਗਤੀ ਤਿੰਨ ਲੈ ਛਡਾਈ ਨਾਨਕ ਵੇ ਪਰਵਾਹ ਹੈ ਨਾਨਕ ਵੇ ਪਰਵਾਹ ਹੈ ਤਿਸ ਦਿਲ ਨਾ ਤਮਾਈ ਵੱਡੀ ਤੇਰੀ ਵਡਿਆਈ ਨਾਨਕ ਵੇ ਪਰਵਾਹ ਹੈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ 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 ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਸੂਹੀ ਦੇ ਵਿੱਚ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ 3rd ਮਹਿਲ। O Nanak, without meeting the true Guru, the world is blind. In blindness, it does its deeds. It does not focus its consciousness on the word of the Shabad, which would bring peace to abide in the mind. Always afflicted with the dark passions of low energy, it wanders round, passing its days and nights warning. Whatever pleases him come to pass, no one has any say in it. 3rd Mahal. The true Guru has commanded us to do this. Through the Guru's gate,
meditate on your Lord and Master. The Lord and Master is ever present. He rips away the veil of doubt and installs his light deep within. The name of the Lord is ambrosial nectar. Take this healing medicine. Enshrine the bell of the true Guru in your consciousness and make the love of the True One your self-discipline. O Nanak, you shall be kept in peace here, and hereafter you shall celebrate with the Lord. Pauri. He himself is the vast variety of nature, and he himself makes it bear fruit. He himself is the gardener. He himself irrigates all the plants, and he himself put them in his mouth. He himself is the creator, and he himself is the enjoyer. He himself gives and inspires others to give. He himself is the Lord and Master, and he himself is the protector. He himself is pervading everywhere. Servant Nanak speaks of the greatness of the Lord, the Creator, who has no greed at all. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 554 ਅੰਗ ਤੇ ਸੁਸ਼ੋਭਿਤ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਬੀਬੀ ਗੁਰਪ੍ਰੀਤ ਕੌਰ, ਬੀਬੀ ਕੀਰਤ ਕੌਰ, ਬੀਬੀ ਜਪਜੀਤ ਕੌਰ ਅਤੇ ਬੀਬੀ ਜਸਲੀਨ ਕੌਰ ਜੀ ਨੇ। जन तर बिना
ਹਾਂਜੀ, ਇਹ ਸਨ ਬੀਬੀ ਗੁਰਪ੍ਰੀਤ ਕੌਰ, ਬੀਬੀ ਕੀਰਤ ਕੌਰ, ਬੀਬੀ ਜਪਜੀਤ ਕੌਰ ਅਤੇ ਬੀਬੀ ਜਸਲੀਨ ਕੌਰ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਜਿਵੇਂ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਕੁਝ ਪ੍ਰੋਗਰਾਮਾਂ ਤੋਂ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿਨ੍ਹਾਂ ਗੁਰੂ ਸਾਹਿਬਾਨ ਭਗਤਾਂ ਭੱਟਾਂ ਦੀ ਬਾਣੀ ਹੈ, ਉਹਨਾਂ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਕੁ ਗੱਲਾਂ ਜਿਹੜੀਆਂ ਨੇ ਉਹ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀਆਂ ਲਿਖੀਆਂ ਹੋਈਆਂ ਉਹਨਾਂ ਦੀ ਕਿਤਾਬ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਵਿੱਚੋਂ ਸਾਂਝੀਆਂ ਕਰਦੇ ਆ ਰਹੇ ਹਾਂ। ਤੇ ਅੱਜ ਦਾ ਲੇਖ ਹੈ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਸੰਬੰਧਿਤ।
ਸੰਤ ਸੇਵਾ ਸਿੰਘ ਜੀ ਲਿਖਦੇ ਨੇ, ਬਾਵਾਣੇ ਘਰ ਚਾਨਣ ਲਹਿਣਾ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। 31 ਮਾਰਚ 1504 ਈਸਵੀ ਨੂੰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਪਿੰਡ ਮੱਤੇ ਦੀ ਸਰਾਏ, ਜ਼ਿਲ੍ਹਾ ਮੁਕਤਸਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ। ਬਚਪਨ ਵਿੱਚ ਹੀ ਆਪ ਜੀ ਛਬੀਲ ਲਾ ਕੇ ਆਏ ਗਏ ਰਾਹੀਆਂ ਨੂੰ ਜਲ ਛਕਾਉਂਦੇ, ਭੁੱਖੇ ਸਾਧੂ ਉਹਨਾਂ ਨੂੰ ਪ੍ਰਸ਼ਾਦ ਛਕਾ ਕੇ ਪ੍ਰਸੰਨਤਾ ਪ੍ਰਾਪਤ ਕਰਦੇ। ਦੁਕਾਨ ਵਿੱਚ ਵੀ ਆਪਣੇ ਪਿਤਾ ਜੀ ਦਾ ਹੱਥ ਵਟਾਉਂਦੇ। ਬਚਪਨ ਤੋਂ ਹੀ ਆਪ ਜੀ ਦੇ ਅੰਦਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਦੀ ਤੀਬਰ ਖਿੱਚ ਸੀ। ਪ੍ਰਭੂ ਮਿਲਾਪ ਦੀ ਕਸਕ ਨੂੰ ਪੂਰਾ ਕਰਨ ਵਾਸਤੇ ਆਪ ਜੀ ਹਰ ਸਾਲ ਸਨਾਤਨੀ ਮਤ ਦੇ ਪ੍ਰਭਾਵ ਅਧੀਨ ਜਵਾਲਾ ਦੇਵੀ ਦੀ ਯਾਤਰਾ ਕਰਨ ਵਾਸਤੇ ਸੰਘ ਦੇ ਆਗੂ ਬਣ ਕੇ ਜਾਂਦੇ, ਕਿਉਂਕਿ ਸਨਾਤਨੀ ਪ੍ਰਭਾਵ ਕਾਰਨ ਧਾਰਨਾ ਬਣੀ ਹੋਈ ਸੀ ਕਿ ਦੇਵੀ ਮਾਤਾ ਪਾਸੋਂ ਜੋ ਮੰਗੀਏ ਮਾਤਾ ਆਪਣੇ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ। ਇੱਕ ਵਾਰੀ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਪਮਾ ਸੁਣ ਕੇ ਕਰਤਾਰਪੁਰ ਦੇ ਵਿੱਚ ਦੀ ਹੋ ਕੇ ਦੇਵੀ ਮਾਤਾ ਦੇ ਦਰਸ਼ਨਾਂ ਨੂੰ ਜਾਣ ਦਾ ਮਨ ਬਣਾ ਲਿਆ। ਸਤਿਗੁਰੂ ਨਾਨਕ ਪਾਤਸ਼ਾਹ ਦੀ ਰੂਹਾਨੀ ਸ਼ਖਸੀਅਤ ਦਾ ਐਸਾ ਪ੍ਰਭਾਵ ਆਪ ਜੀ ਨੇ ਕਬੂਲਿਆ ਕਿ ਆਪ ਜੀ ਸਦਾ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੀ ਬਣ ਕੇ ਉੱਥੇ ਹੀ ਰਹਿ ਗਏ ਤੇ ਸੰਘ ਨੂੰ ਵਿਦਾਇਗੀ ਦੇ ਦਿੱਤੀ। ਬਾਬਾ ਲਹਿਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿ ਕੇ 8 ਸਾਲ ਐਸੀ ਸੇਵਾ ਦੀ ਬਿਖਮਕਾਰ ਕੀਤੀ ਜਿਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਇੱਕ ਕਾਮਲ ਉਸਤਾਦ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਰੂਹਾਨੀਅਤ ਦੀ ਵਿਦਿਆ ਦਿੱਤੀ, ਉਸ ਨੂੰ ਕਰਨੀ ਵਿੱਚ ਟਲਵਾਇਆ। ਫਿਰ 19 ਵਾਰ ਕਾਮਲ ਉਸਤਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰੀਖਿਆਵਾਂ ਲਈਆਂ। ਜਦੋਂ ਬਾਬਾ ਲਹਿਣਾ ਜੀ ਪੂਰੇ ਦੇ ਪੂਰੇ ਨੰਬਰ ਲੈ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋ ਗਏ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜਿਉਂਦੇ ਜੀ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਨਮਸਕਾਰ ਕਰ ਆਪਣੀ ਜਗ੍ਹਾ ਗੁਰੂ ਥਾਪ ਦਿੱਤਾ, ਜਿਸ ਨੂੰ ਭਾਈ ਬਲਵੰਡ ਜੀ ਨੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦੀ ਤੋਸ ਜੀਵਦੈ। ਤੇ ਇਸੇ ਤਰ੍ਹਾਂ ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਕਿ ਕਿਉਨ, ਜਾ ਸੋ ਦੋਸ ਤਾਂ ਲਹਿਣਾ ਟਿਕਿਓਨ। ਰਾਮਕਲੀ ਕੀ ਵਾਰ, ਅੰਗ 966 ਸਟਾਰਟ। ਤੇ ਭਾਈ ਗੁਰਦਾਸ ਜੀ ਵੀ ਫਰਮਾਉਂਦੇ ਨੇ, ਥਾਪਿਆ ਲਹਿਣਾ ਜੀਵ ਦੇ, ਗੁਰਿਆਈ ਸਿਰ ਛਤਰ ਫਰਾਇਆ, ਜੋਤੀ ਜੋਤ ਮਲਾਇਕ ਸਤਿਗੁਰੂ ਨਾਨਕ ਰੂਪ ਬਟਾਇਆ। ਵਾਰ ਪਹਿਲੀ ਪੌੜੀ 45ਵੀਂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਵ ਪਾਰਖੂ ਅੱਖ ਨੇ ਪਹਿਲੇ ਮਿਲਾਪ ਸਮੇਂ ਹੀ ਆਪਣੇ ਜਾਨਸ਼ੀਨ ਥਾਪਣ ਦੇ ਸੰਕੇਤ ਦੇਣੇ ਆਰੰਭ ਕਰ ਦਿੱਤੇ ਸਨ। ਪੁਰਖਾ ਤੇਰਾ ਨਾਮ ਕੀ ਹੈ ਜੀ ਲਹਿਣਾ। ਸਤਿਗੁਰੂ ਜੀ ਕਹਿਣ ਲੱਗੇ, ਲਹਿਣੇਦਾਰ ਹਮੇਸ਼ਾ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਨੇ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਇਸ ਤੋਂ ਪਿੱਛੋਂ ਆਪ ਜੀ ਆਪਣੇ ਘਰੋਂ ਲੂਣ ਦੀ ਖਿੱਟੀ ਸਿਰ ਤੇ ਚੁੱਕ ਕੇ ਕਰਤਾਰਪੁਰ ਸਾਹਿਬ ਪਹੁੰਚੇ। ਧਰਮਸਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਨਾ ਹੋਏ ਤਾਂ ਆਪ ਸਿੱਧੇ ਖੇਤਾਂ ਵਿੱਚ ਚਲੇ ਗਏ। ਨਮਸਕਾਰ ਕਰਕੇ ਗੁਰੂ ਪਾਤਸ਼ਾਹ ਜੀ ਜੋ ਕਰ ਰਹੇ ਸਨ ਉਵੇਂ ਹੀ ਕਰਨਾ ਸ਼ੁਰੂ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੇਤੀ ਦੇ ਵਿੱਚੋਂ ਨਦੀਨ ਪੁੱਟ ਰਹੇ ਸਨ। ਨਦੀਨ ਦੇ ਨਾਲ ਨਾਲ ਧਨ ਦੇ ਵੀ ਬੂਟੇ ਪੁੱਟ ਕੇ ਬਾਹਰ ਸੁੱਟੀ ਜਾਣ। ਭਾਈ ਲਹਿਣਾ ਜੀ ਸਤਿਗੁਰੂ ਜੀ ਨੇ ਇਹ ਕਾਰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, ਪੁਰਖਾ ਤੂੰ ਬੂਟੇ ਪੁੱਟਣੇ ਨਹੀਂ, ਤੁਸਾਂ ਤਾਂ ਬੂਟੇ ਲਾਉਣੇ ਨੇ। ਘਰ ਜਾਣ ਵਾਸਤੇ ਨਦੀਨ ਜਾਂ ਘਾਹ ਦੀ ਪੰਡ ਜਿਸ ਦੇ ਵਿੱਚੋਂ ਚਿੱਕੜ ਚੋਰਿਆ ਸੀ
ਆਪ ਜੀ ਦੇ ਸਿਰ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਧਰ ਦਿੱਤੀ। ਸਾਰੀ ਕੀਮਤੀ ਪੁਸ਼ਾਕ ਚਿੱਕੜ ਦੇ ਛਿੱਟਿਆਂ ਦੇ ਨਾਲ ਭਰ ਗਈ। ਮਾਤਾ ਸੁਲੱਖਣੀ ਜੀ ਦੇ ਪੁੱਛਣ ਤੇ ਕਿ ਇਹ ਭਲਾ ਜਿਹਾ ਪੁਰਸ਼ ਹੈ, ਇਸਨੇ ਕਦੇ ਭਾਰ ਨਹੀਂ ਚੁੱਕਿਆ, ਤੁਸੀਂ ਇੰਨੀ ਵੱਡੀ ਭਾਰੀ ਪੰਡ ਇਸ ਨੂੰ ਕਿਉਂ ਚੁਕਾ ਦਿੱਤੀ? ਨਾਲੇ ਇਸ ਦੀ ਕੀਮਤੀ ਪੁਸ਼ਾਕ ਚਿੱਕੜ ਦੇ ਛਿੱਟਿਆਂ ਦੇ ਨਾਲ ਖਰਾਬ ਹੋ ਗਈ ਹੈ। ਮਾਤਾ ਜੀ ਦੇ ਇਸ ਸਵਾਲ ਦੇ ਉੱਤਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਰਮਾਇਆ, ਸੁਲੱਖਣੀਏ, ਇਹ ਪੰਡ ਨਹੀਂ, ਇਹ ਤਾਂ ਦੀਨ ਦੁਨੀ ਦਾ ਛਤਰ ਹੈ। ਜਾਮੇ ਤੇ ਚਿੱਕੜ ਦੇ ਛਿੱਟੇ ਨਹੀਂ, ਇਹ ਤਾਂ ਕੇਸਰ ਦੇ ਛਿੱਟੇ ਅਸਾਂ ਇਸ ਤੇ ਮਾਰੇ ਨੇ। ਇਸ ਨੂੰ ਉੱਪਰੋਂ ਨਹੀਂ ਅੰਦਰੋਂ ਵੇਖ। ਇਹ ਇਸ਼ਾਰੇ ਸਨ ਜੋ ਸਮਾਂ ਪਾ ਕੇ ਸਾਕਾਰ ਹੋਏ। ਗੁਰੂ ਪਦਵੀ ਉਪਰੰਤ ਆਪ ਜੀ ਜਿੱਥੇ ਅੰਮ੍ਰਿਤ ਵੇਲੇ ਤੋਂ ਦਿਨ ਚੜ੍ਹੇ ਤੱਕ ਅਤੇ ਸ਼ਾਮ ਨੂੰ ਦੀਵਾਨ ਦੇ ਵਿੱਚ ਸੁਸ਼ੋਭਿਤ ਹੋ ਕੇ ਜਗਿਆਸੂਆਂ ਨੂੰ ਪ੍ਰਭੂ ਜੀ ਦੇ ਨਾਲ ਜੁੜਨ ਲਈ ਅੰਮ੍ਰਿਤਮਈ ਬਚਨਾਂ ਦੀ ਵਰਖਾ ਕਰਦੇ, ਉੱਥੇ ਸਰੀਰਕ ਤੰਦਰੁਸਤੀ ਦੇ ਲਈ ਲੋਢੇ ਪੈਰ ਬੱਚਿਆਂ ਦੇ ਮਲ ਅਖਾੜੇ ਰਚਦੇ, ਜਿਸ ਵਿੱਚ ਬੱਚਿਆਂ ਅਤੇ ਜਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ। ਜਿੱਥੇ ਆਪ ਜੀ ਮਲ ਅਖਾੜਿਆਂ ਦੀ ਦੇਖ ਰੇਖ ਕਰਦੇ, ਉੱਥੇ ਆਪ ਖੁਦ ਵੀ ਬੱਚਿਆਂ ਨਾਲ ਖੇਡਾਂ ਖੇਡਦੇ। ਸਾਰਾ ਦਿਨ ਸਰੀਰਕ ਆਹਾਰ ਦੇ ਲਈ ਲੰਗਰ ਚੱਲਦਾ, ਜਿਸ ਦੇ ਵਿੱਚ ਬਿਨਾਂ ਭਿੰਨ ਭੇਦ ਇੱਕੋ ਪੰਗਤ ਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਬਿਨਾਂ ਵਿਤਕਰੇ ਲੰਗਰ ਵਰਤਾਇਆ ਜਾਂਦਾ। ਲੰਗਰ ਵਿੱਚ ਸੋਹਣੇ ਸੁੰਦਰ ਭੋਜਨ ਅਤੇ ਘਿਓ ਵਾਲੀ ਖੀਰ ਤੇ ਕੜਾਹ ਪ੍ਰਸ਼ਾਦ ਨਿੱਤ ਹੀ ਵਰਤਦਾ ਸੀ, ਜਿਸ ਦਾ ਸੰਕੇਤ ਸੱਤੇ ਬਲਵੰਡ ਜੀ ਦੀ ਵਾਰ ਦੇ ਵਿੱਚ ਮਿਲਦਾ ਹੈ। ਲੰਗਰ ਦੀ ਸਾਰੀ ਦੇਖ ਰੇਖ ਤੇ ਸੇਵਾ ਮਾਤਾ ਖੀਵੀ ਜੀ ਗੁਰੂ ਜੀ ਦੇ ਮਹਿਲ ਕਰਦੇ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤ ਹੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਕੀ ਖੀਰ ਘਿਆਲੀ। ਤੇ ਇਸੇ ਤਰ੍ਹਾਂ ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਆਪ ਜੀ ਨੇ ਗੁਰਬਾਣੀ ਅਤੇ ਇਤਿਹਾਸ ਦੀ ਮਾਤ ਬੋਲੀ ਦੇ ਵਿੱਚ ਸੰਭਾਲ ਦੇ ਲਈ 35 ਗੁਰਮੁਖੀ ਅੱਖਰਾਂ ਦੀ ਸਥਾਪਨਾ ਕੀਤੀ। ਵੇਲ ਦੇ ਸਮੇਂ ਆਪ ਜੀ ਜਿੱਥੇ ਗੁਰਮੁਖੀ ਲਿਪੀ ਦਾ ਬੋਧ ਸਿਖਿਆਰਥੀਆਂ ਨੂੰ ਦਿੰਦੇ, ਉੱਥੇ ਇੰਨੇ ਰਜੇਵੇ ਭਰੇ ਜੀਵਨ ਦੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਗੁਰਮੁਖੀ ਬਾਲ ਬੋਧ ਕਾਇਦੇ ਲਿਖ ਕੇ ਵੰਡਦੇ, ਤਾਂ ਜੋ ਮਾਤ ਬੋਲੀ ਦੀ ਲਿਪੀ ਦਾ ਪ੍ਰਸਾਰ ਵੱਧ ਤੋਂ ਵੱਧ ਲੋਕਾਂ ਤੱਕ ਹੋ ਸਕੇ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਨਮ ਸਾਖੀ ਲਿਖਵਾਈ। ਇੱਕ ਵਾਰ ਹਿਮਾਜੂ ਬਾਦਸ਼ਾਹ ਦਰਸ਼ਨਾਂ ਨੂੰ ਆਇਆ, ਪਰ ਆਪ ਜੀ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ। ਜਦੋਂ ਉਸਨੇ ਇਸ ਨੂੰ ਆਪਣੀ ਹੇਠੀ ਜਾਣ ਕੇ ਗੁਰੂ ਮਹਾਰਾਜ ਤੇ ਵਾਰ ਕਰਨ ਲਈ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ, ਤਾਂ ਆਪ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ, ਹਿਮਾਜੂ, ਜਿੱਥੇ ਤੈਨੂੰ ਤਲਵਾਰ ਕੱਢ ਕੇ ਲੜਨਾ ਚਾਹੀਦਾ ਸੀ, ਉੱਥੋਂ ਬੁੱਝਦਿਲ ਹੋ ਕੇ ਭੱਜ ਆਇਆ ਹੈ ਤੇ ਹੁਣ ਫਕੀਰਾਂ ਉੱਤੇ ਰੋਹਬ ਜਮਾਉਣਾ ਚਾਹੁੰਦਾ ਹੈ। ਹਿਮਾਜੂ ਸ਼ਰਮਸਾਰ ਹੋਇਆ ਤੇ ਮਾਫੀ ਮੰਗੀ। ਜਿਸ ਪੰਥ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖੀ ਅਤੇ ਆਪਣੇ ਨਿਰਮਲ ਪੰਥ ਦੀ ਰਹਿਣੀ, ਕਹਿਣੀ ਤੇ ਸਹਿਣੀ ਸਭ ਧਰਮਾਂ ਨਾਲੋਂ ਵੱਖਰੀ ਕਰਕੇ ਉਸਦੇ ਨਵੇਕਲੇ ਨੇਮ ਨਿਯਤ ਕੀਤੇ, ਜਿਸ ਦਾ ਸੰਕੇਤ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਦਿੱਤਾ ਹੈ, ਮਾਰਿਆ ਸਿੱਕਾ ਜਗਤਰ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਸ ਆਪਣਾ ਪੰਥ ਨਿਰਾਲਾ। ਉਸ ਪੰਥ ਦਾ ਪ੍ਰਚਾਰ ਅਤੇ ਪ੍ਰਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬੜੀ ਤਨਦੇਹੀ ਦੇ ਨਾਲ ਆਪ ਕੀਤਾ ਅਤੇ ਅਗਾਂਹ ਆਪਣੇ ਜਾਨਸ਼ੀਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕਰਨ ਦੀ ਤਾਕੀਦ ਕੀਤੀ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਿੰਮੇ ਪੰਥ ਦੇ ਪ੍ਰਚਾਰ ਦੀ ਸੇਵਾ ਸੌਂਪੀ। ਸਵਈਏ ਮਹੱਲੇ ਚੌਥੇ ਕੇ ਦੇ ਵਿੱਚ ਇਸ ਤਰ੍ਹਾਂ ਫਰਮਾਇਆ ਗਿਆ ਹੈ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕਉ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਆਪਿਓ। ਆਪ ਜੀ ਦੀ ਸੰਗਤ ਦੇ ਵਿੱਚ ਅਨੇਕਾਂ ਗੁਰਮੁਖ ਪਿਆਰੇ ਜੀਵਨ ਮੁਕਤੀ ਦੀ ਦਾਤ ਦੇ ਅਧਿਕਾਰੀ ਬਣ ਕੇ ਅਨੇਕਾਂ ਨੂੰ ਤਾਰਨ ਦਾ ਵਸੀਲਾ ਬਣ ਗਏ।
ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੈ। ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਮੱਲੂ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ, ਦੀਪਾ ਦੇਵ ਨਾਰਾਇਣ ਦਾਸ ਬੂਲੇ ਦੇ ਜਾਈਏ ਬਲਿਹਾਰੀ, ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜੀਵੰਦਾ ਪਰਉਪਕਾਰੀ, ਜਗਾ ਧਰਣੀ ਜਾਣੀਏ ਸੰਸਾਰੂ ਨਾਲੇ ਨਿਰੰਕਾਰੀ, ਖਾਨੂ ਮਇਆ ਪੁੱਤ ਪਿਓ ਪੁੱਤ ਹੈ ਗੁਣ ਗਾਹਕ ਗੋਬਿੰਦ ਭੰਡਾਰੀ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈਜ ਸਵਾਰੀ। ਭਾਈ ਗੁਰਦਾਸ ਜੀ 11ਵੀਂ ਵਾਰ ਪੌੜੀ 15ਵੀਂ। ਐਸੀ ਮਨਮੋਹਣੀ ਕਰਨੀ ਪ੍ਰਧਾਨ ਸੂਰਤ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੀ, ਜਿਹੜਾ ਇੱਕ ਵਾਰੀ ਦਰਸ਼ਨ ਕਰ ਲੈਂਦਾ ਕੁਰਬਾਨ ਜਾਣ ਲਈ ਤਿਆਰ ਹੋ ਜਾਂਦਾ। ਆਪ ਜੀ ਦਾ ਪਵਿੱਤਰ ਦਰਸ਼ਨ ਝਲਕਾ ਜਨਮਾਂ ਜਨਮੰਤਰਾਂ ਦੀ ਮੈਲ ਕੱਟਣ ਦੀ ਸਮਰੱਥਾ ਰੱਖਦਾ ਸੀ। ਤਦ ਹੀ ਭਾਈ ਬਲਵੰਡ ਜੀ ਨੇ ਫਰਮਾਇਆ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਟਲ ਭੱਟ ਨੇ ਵੀ ਆਪਣਾ ਨਿੱਜੀ ਅਨੁਭਵ ਗੁਰੂ ਦੀ ਬਾਣੀ ਦੇ ਵਿੱਚ ਦਰਜ ਕੀਤਾ ਹੈ, ਜਿਸ ਨੂੰ ਪੜ੍ਹਨ ਦੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨੂਰਾਨੀ ਸ਼ਖਸੀਅਤ ਦਾ ਪਤਾ ਚੱਲ ਜਾਂਦਾ ਹੈ। ਸਵਈਏ ਮਹੱਲੇ ਦੂਜੇ ਕੇ ਅਮੈ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕੋ ਠਲ ਗੁਰ ਸੇਵੀਐ ਅਹਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਅੰਗ 1392। ਆਪ ਜੀ ਨੇ 62 ਸ਼ਲੋਕ ਰਚੇ, ਜਿਹੜੇ ਕਿ ਮਨੁੱਖਤਾ ਨੂੰ ਗਿਆਨ ਪ੍ਰਦਾਨ ਕਰਦੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਆਪ ਜੀ ਨਿਮਰਤਾ ਦੀ ਮੂਰਤ ਸਨ। ਜਦੋਂ ਜੋਗੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ, ਉਹਨਾਂ ਨੇ ਸਵਾਲ ਕੀਤਾ, ਆਪ ਵਿੱਚ ਕਿਹੜਾ ਗੁਣ ਸੀ ਜਿਸ ਕਾਰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਅੱਗੇ ਸਾਰਾ ਸੰਸਾਰ ਨਿਵਿਆ, ਉਹ ਤੁਹਾਡੇ ਅੱਗੇ ਨਿਵੇ ਨੇ। ਉਹਨਾਂ ਨੇ ਤੁਹਾਨੂੰ ਗੱਦੀ ਦੇ ਕੇ ਮੱਥਾ ਟੇਕਿਆ ਹੈ। ਆਪ ਜੀ ਨੇ ਸਿੱਧਾਂ ਦੇ ਸਵਾਲ ਦਾ ਉੱਤਰ ਇਸ ਤਰ੍ਹਾਂ ਦਿੱਤਾ, ਸਿੱਧੋ, ਮੇਰੇ ਵਿੱਚ ਕੋਈ ਗੁਣ ਨਹੀਂ ਹੈ ਸੀ ਤੇ ਨਾ ਹੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਝੁਕਣਾ ਤਾਂ ਇੱਕ ਮਾਂ ਦਾ ਝੁਕਣਾ ਸੀ, ਜਿਹੜੀ ਮਿੱਟੀ ਦੇ ਵਿੱਚ ਲਿਬੜੇ ਬੱਚੇ ਨੂੰ ਆਪਣੀ ਗੋਦ ਵਿੱਚ ਲੈਣ ਲਈ ਬੱਚੇ ਵੱਲ ਝੁਕਦੀ ਹੈ। ਐਸੇ ਨਿਮਰਤਾ, ਹਲੇਮੀ, ਅਗਮੀ ਸ਼ਕਤੀਆਂ ਦੇ ਨੂਰ, ਮਿੱਠਤ, ਸਹਿਨਸ਼ੀਲਤਾ ਤੇ ਧੀਰਜ ਦੇ ਸਾਗਰ, 48 ਵਰ੍ਹੇ ਮਹਾਨ ਸੇਵਾ ਸਿਮਰਨ ਅਤੇ ਪਰਉਪਕਾਰ ਦੇ ਪੂਰਨੇ ਪਾ ਕੇ 29 ਮਾਰਚ 1552 ਈਸਵੀ ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਜਗ੍ਹਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਵਾਰਸ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੰਥ ਦੀ ਵਾਂਗਡੋਰ ਸੌਂਪ ਦਿੱਤੀ। ਭਾਈ ਬਲਵੰਡ ਜੀ ਫਰਮਾਉਂਦੇ ਨੇ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇਵਹਾ ਪੋਤਰਾ ਪ੍ਰਵਾਨ। ਤੇ ਇਸੇ ਤਰ੍ਹਾਂ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਰੂਪ ਵਿੱਚ ਦਰਸ਼ਨ ਦੇਣ ਲੱਗ ਪਈ। ਸੋ ਇਹ ਤਾਂ ਸਨ ਕੁਝ ਸ਼ਬਦ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਨਾਲ ਸੰਬੰਧਿਤ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਗੁਰ ਤਾਰਨ ਹਾਰਿਆ
तुझको बलिहारिया गुरु तार तारण हारिया। हम डोलत बेड़ी पाप भरी है, पवन लगे मत जाई। सन्मुख से भेटन को आए ने चाहते वड्याई गुरु तार तारण हारिया। सिद्ध साधक जोगी अर जंगम एक सिद्ध जिन्नी ध्याया। परसत पैर सिजद ते स्वामी अखर जिनको आया गुरु तार तारण हारिया। जप ताप संजम कर्म न जाना, नाम जपे प्रभु तेरा। गुरु परमेश्वर नानक भेटो, साचा शब्द नबेरा गुरु तार तारण हारिया गुरु तार तारण हारिया। दे भगत पूर्ण अविनाशी हाँ तुझको बलिहारिया गुरु तार तारण हारिया गुरु तार तारण हारिया। ਹਾਂਜੀ, ਇਹ ਸਨ ਭਾਈ ਬਖਸ਼ੀਸ਼ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਜੀਵਨ ਅਤੇ ਬਾਣੀ ਦੇ ਨਾਲ ਸੰਬੰਧਿਤ ਕੁਝ ਕੁ ਜਿਹੜੇ ਵਿਚਾਰ, ਕੁਝ ਕੁ ਸ਼ਬਦ ਜਿਹੜੇ ਸਨ ਉਹ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਸਨ। ਸੰਖੇਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਵਿਵਰਾ ਇਸ ਤਰ੍ਹਾਂ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਨੇ ਲਿਖਿਆ ਹੈ ਕਿ ਆਪ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ ਤੇ ਗੁਰਤਾ ਗੱਦੀ ਮਗਰੋਂ ਆਪ ਜੀ ਦਾ ਨਾਮ, ਜਿਹੜਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦਿੱਤਾ, ਗੁਰੂ ਅੰਗਦ ਦੇਵ ਜੀ। ਤੇ ਆਪ ਦਾ ਪ੍ਰਕਾਸ਼ 31 ਮਾਰਚ 1504 ਈਸਵੀ 4 ਵਿਸਾਖ 1561 ਵਿਕਰਮੀ ਨੂੰ ਹੋਇਆ ਤੇ ਮੱਤੇ ਦੀ ਸਰਾਏ ਆਪ ਜੀ ਦਾ ਪ੍ਰਕਾਸ਼ ਹੋਇਆ, ਜਿਹੜਾ ਕਿ ਜ਼ਿਲ੍ਹਾ ਮੁਕਤਸਰ ਦੇ ਵਿੱਚ ਹੈ। ਪਿਤਾ ਜੀ ਦਾ ਨਾਮ ਸ੍ਰੀ ਫੇਰੂਮਾਲ ਜੀ ਤੇ ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਜੀ ਜਾਂ ਸਭਰਾਈ ਜੀ ਵੀ ਲਿਖਿਆ ਜਾਂਦਾ ਹੈ ਇਤਿਹਾਸ ਦੇ ਵਿੱਚ। ਗੁਰੂ ਕੇ ਮਹਿਲ ਉਹਨਾਂ ਦਾ ਨਾਮ ਬੀਬੀ
ਖੀਵੀ ਜੀ ਤੇ ਸੰਤਾਨ ਸ੍ਰੀ ਦਾਸੂ ਜੀ, ਸ੍ਰੀ ਦਾਤੂ ਜੀ, ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ। ਆਪ ਜੀ 1531 ਈਸਵੀ ਦੇ ਵਿੱਚ ਕਰਤਾਰਪੁਰ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ, ਉਸ ਜਗ੍ਹਾ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਆਏ ਅਤੇ ਆਪ ਜੀ ਨੂੰ ਗੁਰਗੱਦੀ 7 ਸਤੰਬਰ 1539 ਨੂੰ ਮਿਲੀ ਤੇ 13 ਸਾਲ ਦੀ ਗੁਰਤਾ ਗੱਦੀ ਦੀ ਸੇਵਾ ਆਪ ਜੀ ਨੇ ਕੀਤੀ ਤੇ 29 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾਏ ਖਡੂਰ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਵਿਖੇ। ਤੇ ਇਸ ਤਰ੍ਹਾਂ ਕੁੱਲ 48 ਵਰ੍ਹੇ ਦੀ ਆਯੂ ਆਪ ਜੀ ਨੇ ਸਰੀਰਕ ਆਯੂ ਜਿਹੜੀ ਹੈ ਉਹ ਭੋਗੀ। ਆਪ ਜੀ ਦੇ 62 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਆਪ ਜੀ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੰਥ ਦਾ ਪ੍ਰਚਾਰ ਬੜੀ ਲਗਨ ਤੇ ਤਨਦੇਹੀ ਦੇ ਨਾਲ ਕੀਤਾ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ ਵੀ ਲਿਖਵਾਈ ਤੇ ਗੁਰ ਇਤਿਹਾਸ ਨੂੰ ਸੰਭਾਲਿਆ। ਗੁਰਮੁਖੀ ਲਿਪੀ ਦੀ ਸੋਧ ਸੁਧਾਈ ਕਰਕੇ ਅੱਖਰਾਂ ਨੂੰ ਪ੍ਰਮਾਣਿਕ ਰੂਪ ਦਿੱਤਾ। ਸਰੀਰਕ ਸ਼ਕਤੀ ਨੂੰ ਸਾਂਭਣ ਲਈ ਮੱਲ ਅਖਾੜਿਆਂ ਦੀ ਪਰੰਪਰਾ ਚਾਲੂ ਕੀਤੀ ਤੇ ਰੂਹਾਨੀ ਵਿਦਿਆ ਦੇ ਪ੍ਰਚਾਰ ਦੇ ਨਾਲ ਨਾਲ ਸੰਸਾਰਿਕ ਵਿਦਿਆ ਨੂੰ ਵੀ ਪ੍ਰਚਲਿਤ ਕਰਨ ਲਈ ਆਪ ਜੀ ਨੇ ਪਾਠਸ਼ਾਲਾਵਾਂ ਖੋਲੀਆਂ। ਸੋ ਇਹ ਤਾਂ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸੰਖੇਪ ਦੇ ਵਿੱਚ ਜੀਵਨ ਬਿਉਰਾ। ਤੇ ਆਓ ਇੱਕ ਸ਼ਬਦ ਹੋਰ ਸੁਣਦੇ ਹਾਂ ਤੇ ਉਸ ਤੋਂ ਬਾਅਦ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਸੰਤ ਜੀ ਨੇ ਲਿਖੇ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਜਿਸ ਦੇਖ ਚਰਨ ਅਗਨ ਹਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ।
ਸਤ ਕੀਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਨਿਸਬਾਸਰ ਏਕ ਸਮਾਨ ਧਿਆਨ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਸੋ ਨਾਮ ਸੁਨੇ ਸੁਤ ਪਾਨ ਡਰਿਓ ਰਾਮਦਾਸ ਹਰ ਸਤ ਕੀਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਦਾਸ ਸੁਆਸ ਜਗਤ ਗੁਰੂ ਮਨ ਦਾਸ ਸੁਆਸ ਜਗਤ ਗੁਰੂ ਮਨ ਦਾਸ ਸੁਆਸ ਜਗਤ ਗੁਰੂ ਕੀ ਮਨ ਦਾਸ ਸੁਆਸ ਜਗਤ ਗੁਰੂ ਕੀ ਪਾਰਸ ਪੇਟ ਪਾਰਸ ਕਰਿਓ ਪਾਰਸ ਪੇਟ ਪਾਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕੀਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਹਾਂਜੀ, ਇਸ ਭਾਈ ਹਰਨਾਮ ਸਿੰਘ ਜੀ ਤੇ ਉਹਨਾਂ ਦਾ ਜਥਾ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਓ ਚੱਲਦੇ ਹਾਂ ਜਿਹੜੇ ਸ਼ਬਦ ਸੰਤ ਸੇਵਾ ਸਿੰਘ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਨਾਲ ਸੰਬੰਧਿਤ ਲਿਖੇ ਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਵੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਇਲਾਹੀ ਜੋਤ ਜਿਸ ਤੀਸਰੇ ਜਾਮੇ ਦੇ ਵਿੱਚ ਵਿਚਰੀ, ਉਸ ਜਾਮੇ ਦਾ ਨਾਮ ਸੀ ਸ੍ਰੀ ਗੁਰੂ ਅਮਰਦਾਸ ਜੀ। ਆਪ ਜੀ ਦਾ ਪ੍ਰਕਾਸ਼ 5 ਮਈ
1479 ਈਸਵੀ ਨੂੰ ਪਿੰਡ ਵਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਦੇ ਮਨ ਦੇ ਵਿੱਚ ਬਚਪਨ ਤੋਂ ਹੀ ਪ੍ਰਭੂ ਪ੍ਰਾਪਤੀ ਦੀ ਲਾਲਸਾ ਸੀ। ਇਸ ਪ੍ਰਭੂ ਮਿਲਾਪ ਦੀ ਲਾਲਸਾ ਅਧੀਨ ਆਪ ਆਏ ਗਏ ਸਾਧੂ ਮਹਾਤਮਾ ਦੀ ਸੰਗਤ ਕਰਦੇ, ਕਈ ਦਿਨ ਉਹਨਾਂ ਨੂੰ ਆਪਣੇ ਪਾਸ ਰੱਖ ਕੇ ਉਹਨਾਂ ਦੀ ਸੇਵਾ ਕਰਦੇ। ਇਸੇ ਲਗਨ ਅਧੀਨ ਹੀ ਆਪ ਜੀ ਰਸਤੇ ਤੇ ਟਿਕਾਣਾ ਬਣਾ ਕੇ ਰਾਹੀ ਮੁਸਾਫਰਾਂ ਨੂੰ ਜਲ ਛਕਾਉਂਦੇ ਅਤੇ ਜਥਾਯੋਗ ਉਹਨਾਂ ਦੀ ਸੇਵਾ ਕਰਕੇ ਅਸੀਸਾਂ ਪ੍ਰਾਪਤ ਕਰਦੇ। 24 ਸਾਲ ਦੀ ਉਮਰ ਦੇ ਵਿੱਚ ਆਪ ਜੀ ਦਾ ਵਿਆਹ ਬੀਬੀ ਰਾਮੋ ਜੀ ਦੇ ਨਾਲ ਹੋ ਗਿਆ। ਆਪ ਜੀ ਦੇ ਗ੍ਰਹਿ ਵਿਖੇ 2 ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਤੇ 2 ਪੁੱਤਰੀਆਂ ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ ਨੇ ਜਨਮ ਲਿਆ। ਆਪ ਜੀ ਪੂਰੀ ਤਨਦੇਹੀ ਦੇ ਨਾਲ ਸਾਰੀਆਂ ਸੰਸਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ, ਪਰ ਅੰਦਰ ਜੋ ਪ੍ਰਭੂ ਮਿਲਾਪ ਦੀ ਖਿੱਚ ਸੀ ਉਹ ਵੀ ਸਮੇਂ ਦੇ ਨਾਲ ਹੋਰ ਪ੍ਰਬਲ ਹੁੰਦੀ ਗਈ। ਇਸੇ ਖਿੱਚ ਨੂੰ ਪੂਰੀ ਕਰਨ ਵਾਸਤੇ ਆਪ ਜੀ 20 ਵਾਰੀ ਗੰਗਾ ਇਸ਼ਨਾਨ ਲਈ ਗਏ ਤੇ ਤੀਰਥ ਯਾਤਰਾ ਕੀਤੀ। ਸਮੇਂ ਦੀ ਹੀ ਗੱਲ ਸੀ। ਪ੍ਰਾਪਤੀ ਤੇ ਗੁਰਤਾ ਗੱਦੀ ਦੀ ਸੇਵਾ ਤਾਂ ਧੁਰੋਂ ਹੀ ਲਿਖੀ ਹੋਈ ਸੀ। ਜਦੋਂ ਆਪ ਜੀ 20ਵੀਂ ਵਾਰ ਗੰਗਾ ਇਸ਼ਨਾਨ ਕਰਕੇ ਮੁੜ ਰਹੇ ਸਨ ਤੇ ਆਪ ਜੀ ਨੇ ਰਾਤ ਦਾ ਪੜਾਅ ਪਿੰਡ ਮੇਹੜੇ ਕੀਤਾ। ਇਹ ਜਿਹੜਾ ਹੈ ਪਿੰਡ ਖਡੂਰ ਸਾਹਿਬ ਤੋਂ 16 ਮੀਲ ਤੇ ਬਾਸਰਕੇ ਤੋਂ 40 ਮੀਲ ਦੀ ਦੂਰੀ ਤੇ ਹੈ। ਇਸ ਪਿੰਡ ਦੇ ਵਿੱਚ ਸਰਾਂ ਦਾ ਪ੍ਰਬੰਧ ਇੱਕ ਪੰਡਿਤ ਦੁਰਗਾ ਦੱਤ ਕਰਦਾ ਸੀ, ਜੋ ਕਿ ਰੇਖਾ ਗਣਿਤ ਦਾ ਚੰਗਾ ਮਾਹਰ ਸੀ। ਆਪ ਜੀ ਜਦੋਂ ਆਰਾਮ ਕਰ ਰਹੇ ਸਨ, ਪੰਡਿਤ ਦੁਰਗਾ ਦੱਤ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਪਦਮ ਰੇਖਾ ਦੇਖੀ ਤਾਂ ਬੜਾ ਹੈਰਾਨ ਹੋਇਆ ਤੇ ਮਨ ਵਿੱਚ ਵਿਚਾਰਿਆ ਕਿ ਇਹ ਤਾਂ ਕੋਈ ਮਹਾਨ ਚੱਕਰਵਰਤੀ ਰਾਜਾ ਜਾਂ ਰੂਹਾਨੀ ਤਾਕਤ ਦਾ ਮਾਲਕ ਬਣੇਗਾ। ਜਦੋਂ ਆਪ ਅਗਲੇ ਦਿਨ ਵਾਪਸ ਤੁਰਨ ਲੱਗੇ ਤੇ ਆਪ ਜੀ ਨੇ ਦੁਰਗਾ ਦੱਤ ਨੂੰ ਕੁਝ ਮਾਇਆ ਦੇਣੀ ਚਾਹੀ, ਪਰ ਉਸਨੇ ਇਹ ਕਹਿ ਕੇ ਲੈਣ ਤੋਂ ਨਾ ਕਰ ਦਿੱਤੀ ਕਿ ਅਬ ਨੇ ਕੁਛ ਲਿਹੋ ਵਚਨ ਮੋਹ ਦੇਵੋ, ਜਦ ਵਿਭੋ ਹੋਏ ਮਾਂਗ ਸੋ ਲੇਵੋ। ਮਹਿਮਾ ਪ੍ਰਕਾਸ਼। ਆਪ ਜੀ ਨੇ ਪੰਡਿਤ ਦੇ ਬਚਨ ਸੁਣ ਕੇ ਮੁਸਕਰਾ ਦਿੱਤਾ, ਜਿਸ ਦਾ ਭਾਵ ਸੀ ਕਿ ਜਿਵੇਂ ਉਸ ਦੀ ਇੱਛਾ। ਇਹ ਸੰਕੇਤ ਸਨ ਜੋ ਦਰਸਾ ਰਹੇ ਸਨ ਕਿ ਆਪ ਜ਼ਰੂਰ ਇੱਕ ਦਿਨ ਦੀਨ ਦੁਨੀ ਦੇ ਪਾਤਸ਼ਾਹ ਬਣਨਗੇ। ਜਦੋਂ ਆਪ ਜੀ ਗੁਰਤਾ ਗੱਦੀ ਦੇ ਵਾਰਸ ਬਣ ਗਏ, ਉਸ ਸਮੇਂ ਪੰਡਿਤ ਦੁਰਗਾ ਦੱਤ ਨੇ ਆਪ ਜੀ ਪਾਸੋਂ ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਇਹ ਕਹਿ ਕੇ ਪ੍ਰਾਪਤ ਕੀਤੀਆਂ, ਹੇ ਸਤਿਗੁਰੂ, ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਿਹੂਨ ਜਨ ਜਗ ਨਾ ਸਹਾਏ। ਜੇ ਧਨ ਦੇ ਨਾਮ ਨਹਿ ਦੇਵਹਿ, ਨਾਮ ਬਿਨਾ ਨਰ ਨਰਕੇ ਜਾਏ। ਤੋਹਿ ਪੈ ਕਹੀ ਨਹੀਂ ਬਨੇ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਗੁਰੂ ਰਾਮ ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਆਪ ਜੀ ਅਜੇ ਵੈਰਾਗੀ ਅਵਸਥਾ ਵਿੱਚ ਹੀ ਵਿਚਰ ਰਹੇ ਸਨ ਕਿ ਇੱਕ ਵੈਰਾਗੀ ਸਾਧੂ ਨੇ ਨਿਗੁਰਾ ਕਹਿ ਕੇ ਆਪ ਜੀ ਦੇ ਮਨ ਦੇ ਉੱਤੇ ਹੋਰ ਚੋਟ ਮਾਰੀ। ਆਪ ਜੀ ਦੀ ਨੀਂਦ ਤੇ ਭੁੱਖ ਹਰਾਮ ਹੋ ਗਈ। ਅੰਮ੍ਰਿਤ ਵੇਲੇ ਆਪਣੇ ਹੀ ਘਰ ਬੀਬੀ ਅਮਰੋ ਜੀ ਦੇ ਮੁਖਾਰ ਬਿੰਦ ਤੋਂ ਇਹ ਸ਼ਬਦ ਸੁਣਿਆ। ਮਾਰੂ ਮਹੱਲਾ ਪਹਿਲਾ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ, ਤਿਉਂ ਚੱਲੀਏ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੇ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਊਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ,
ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਦੇਹਾ। ਅੰਗ 990। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ, ਜੋ ਕਿ ਆਪ ਜੀ ਨੂੰ ਦੇ ਭਰਾ ਦੀ ਨੌਂ ਸੀ, ਗੁਰੂ ਅਮਰਦਾਸ ਜੀ ਮਹਾਰਾਜ ਦੇ, ਤੇ ਉਹ ਜਿਹੜਾ ਸ਼ਬਦ ਜਿਹੜਾ ਅਸੀਂ ਇੱਥੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਉਹ ਦੁੱਧ ਰਿੜਕਦੀ ਹੋਈ ਇਹ ਸ਼ਬਦ ਪੜ੍ਹ ਰਹੀ ਸੀ, ਜੋ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੰਨੀ ਪਿਆ। ਸ਼ਬਦ ਸੁਣਦੇ ਸਾਰ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਦਿਨ ਚੜ੍ਹੇ ਆਪ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਗੁਰੂ ਚਰਨਾਂ ਵਿੱਚ ਪਹੁੰਚੇ। ਰਿਸ਼ਤੇਦਾਰੀ ਦਾ ਮਾਣ ਤਾਣ ਛੱਡ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨ ਕੇ 12 ਸਾਲ ਐਸੀ ਵਿਖਮ ਸੇਵਾ ਕੀਤੀ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਹੋਈ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 26 ਮਾਰਚ 1552 ਈਸਵੀ ਨੂੰ ਆਪ ਜੀ ਨੂੰ ਗੁਰਤਾ ਗੱਦੀ ਦੇ ਵਾਰਸ ਥਾਪ ਦਿੱਤਾ ਅਤੇ 12 ਵਾਰ ਬਖਸ਼ਿਸ਼ ਕੀਤੇ। ਆਪ ਜੀ ਨੇ ਫਰਮਾਇਆ, ਤੁਮ ਹੋ ਨਿਥਾਵਨ ਥਾਨ, ਕਰਹੋ ਨਿਮਾਨ ਹੈ मान, निताणिया का तान, न्योटियां की ओट, निआसरियां का आसरा, निधरियां की धिर, नधीरन की धीर, पीरां दे पीर, दयाल गई बहोड़, जगत बंदी छोड़, भन्नण घड़न समराथ, सब जीव का जिस हथ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਦੇਖ ਰੇਖ ਦੇ ਵਿੱਚ ਜਰਨੈਲੀ ਸੜਕ ਦੇ ਉੱਤੇ ਦਰਿਆ ਬਿਆਸ ਦੇ ਕੰਢੇ ਬੜਾ ਰਮਣੀਕ ਨਗਰ ਵਸਾਇਆ, ਜਿਸ ਦਾ ਨਾਮ ਗੋਇੰਦਵਾਲ ਰੱਖਿਆ। ਇਸੇ ਸਥਾਨ ਤੇ ਸਵੇਰੇ ਸ਼ਾਮ ਦੀਵਾਨ ਸਜਦੇ, ਜਿੱਥੋਂ ਹਰੇਕ ਜਗਿਆਸੂ ਨੂੰ ਆਤਮਿਕ ਸ਼ਾਂਤੀ ਦਾ ਰਸਤਾ ਪ੍ਰਾਪਤ ਹੁੰਦਾ। ਪੇਟ ਦੀ ਪੂਰਤੀ ਵਾਸਤੇ ਬਿਨਾਂ ਵਿਕਤਰੇ ਸਰਬ ਸਾਂਝੀ ਲੰਗਰ ਪ੍ਰਥਾ ਜਾਰੀ ਕੀਤੀ ਤੇ ਆਪ ਜੀ ਨੇ ਸਰਬ ਸਾਂਝੀ ਲੰਗਰ ਦੀ ਪ੍ਰਥਾ ਨੂੰ ਲਾਗੂ ਕਰਨ ਲਈ ਪਹਿਲੇ ਪੰਗਤ ਪਾਛੇ ਸੰਗਤ ਦਾ ਹੁਕਮ ਦੇ ਰੱਖਿਆ ਸੀ ਕਿ ਜਿਸ ਕਿਸੇ ਨੇ ਸਾਡੇ ਦਰਸ਼ਨ ਕਰਨੇ ਹੋਣ, ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਫਿਰ ਉਸ ਨੂੰ ਦਰਸ਼ਨ ਹੋਣਗੇ। ਉਸ ਸਮੇਂ ਦਾ ਸਮਰਾਟ ਅਕਬਰ ਆਪ ਜੀ ਦੇ ਦਰਸ਼ਨਾਂ ਨੂੰ ਆਇਆ, ਉਸ ਨੂੰ ਵੀ ਕੋਈ ਛੋਟ ਨਾ ਦਿੱਤੀ ਗਈ। ਪਹਿਲੇ ਉਸਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਫਿਰ ਸਤਿਗੁਰੂ ਜੀ ਦੇ ਨਾਲ ਬੈਠ ਕੇ ਬਚਨ ਬਿਲਾਸ ਕੀਤੇ। ਜਿੱਥੇ ਸਾਂਝੇ ਲੰਗਰ ਪੰਗਤ ਦੀ ਸਾਂਝ ਬਣਾਈ, ਉੱਥੇ ਸਾਂਝਾ ਤੀਰਥ ਸ੍ਰੀ ਬਾਉਲੀ ਸਾਹਿਬ ਤਿਆਰ ਕੀਤਾ ਅਤੇ ਸਿੱਖਾਂ ਵਿੱਚ ਭਾਈਚਾਰਕ ਸਾਂਝ ਪਾਉਣ ਤੇ ਆਪਸੀ ਪਿਆਰ ਤੇ ਮੇਲ ਨੂੰ ਵਧਾਉਣ ਵਾਸਤੇ ਜੋੜ ਮੇਲਿਆਂ ਦੀ ਪ੍ਰਥਾ ਕਾਇਮ ਕੀਤੀ। ਗੋਇੰਦਵਾਲ ਤਜਾਰਤੀ ਤੇ ਰੌਣਕ ਨਾਲ ਭਰਪੂਰ ਵਸੋਂ ਵਾਲਾ ਸ਼ਹਿਰ ਸੀ, ਜਿੱਥੇ ਆਪਸੀ ਪ੍ਰੇਮ, ਪਿਆਰ ਤੇ ਸ਼ਾਂਤੀ ਵਾਲਾ ਸਤੋ ਗੁਣੀ ਵਰਤਾਰਾ ਹਰ ਪਾਸੇ ਵਰਤਦਾ ਸੀ, ਜਿਸ ਨੂੰ ਵੇਖ ਕੇ ਭੱਟ ਨਲ ਜੀ ਨੇ ਗੋਇੰਦਵਾਲ ਦੀ ਉਪਮਾ ਗੋਇੰਦਪੁਰੀ ਨਾਲ ਕੀਤੀ ਹੈ। ਗੋਵਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਆਪ ਬਣਾਇਆ ਗੋਵਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਸਵਈਏ ਮਹੱਲੇ ਚੌਥੇ ਕੇ ਅੰਗ 1400। ਆਪ ਜੀ ਅਤ ਦਿਆਲੂ, ਧੀਰਜ ਦੇ ਪੁੰਜ, ਖਿਮਾ ਦੇ ਧਾਰਨੀ ਸਨ। ਪਰ ਆਪ ਜੀ ਨੇ ਗੋਇੰਦਵਾਲ ਨਿਵਾਸੀ ਤਪਾ ਤੇ ਉਸ ਦੇ ਪੈਰੋਕਾਰ ਮਰਵਾਹੇ ਖੱਤਰੀ ਤੇ ਸਨਾਤਨੀ ਲੋਕ ਅੱਤ ਦੀ ਈਰਖਾ ਤੇ ਆਪ ਜੀ ਦਾ ਵਿਰੋਧ ਕਰਦੇ ਰਹੇ। ਆਪ ਜੀ ਨੇ ਹਮੇਸ਼ਾ ਉਹਨਾਂ ਦਾ ਬੁਰਾ ਲੋਚਣ ਦੀ ਥਾਂ ਭਲਾ ਹੀ ਕੀਤਾ। ਆਪ ਜੀ ਨੇ ਸਤੀ ਦੀ ਚੱਲ ਰਹੀ ਪ੍ਰਥਾ ਨੂੰ ਰੋਕਿਆ ਤੇ ਲੋਕਾਂ ਨੂੰ ਸਮਝਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲਾਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹਿ ਚੋਟ ਮਰਨ। ਸ਼ਲੋਕ ਮਹੱਲਾ ਤੀਜਾ ਅੰਗ 787। ਆਪ ਜੀ ਨੇ ਪੁਨਰ ਵਿਧਵਾ ਵਿਆਹ ਪ੍ਰਚਲਿਤ ਕੀਤਾ ਤੇ ਪਰਦੇ ਦੀ ਰਸਮ ਤੋਂ ਇਸਤਰੀਆਂ ਨੂੰ ਨਿਜਾਤ ਦਿਵਾਈ।
ਸਿੱਖੀ ਦੇ ਪ੍ਰਚਾਰ ਵਾਸਤੇ ਆਪ ਜੀ ਨੇ 22 ਧਰਮ ਪ੍ਰਚਾਰਕ ਥਾਪੇ। ਇਸਤਰੀ ਜਾਤੀ ਦੇ ਵਿੱਚ ਪ੍ਰਚਾਰ ਦੁਆਰਾ ਜਾਗਰਤੀ ਲਿਆਉਣ ਦੇ ਲਈ ਆਪ ਜੀ ਨੇ ਗੁਰਮੁਖ ਬੀਬੀਆਂ ਨੂੰ 52 ਪੀੜ੍ਹੇ ਦੇ ਕੇ ਘਰਾਂ ਘਰਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਲਈ ਸਨਮਾਨਿਤ ਕੀਤਾ ਤੇ ਜ਼ਿੰਮੇਵਾਰੀਆਂ ਸੌਂਪੀਆਂ। ਜਿੱਥੇ ਆਪ ਜੀ ਨੇ ਯੋਜਨਾਬੱਧ ਤਰੀਕੇ ਦੇ ਨਾਲ ਗੁਰਸਿੱਖੀ ਦਾ ਪ੍ਰਚਾਰ ਪੱਕੇ ਪੈਰੀਂ ਕੀਤਾ, ਉੱਥੇ ਆਪ ਜੀ ਨੇ 18 ਰਾਗਾਂ ਦੇ ਵਿੱਚ 907 ਸ਼ਬਦ ਉਚਾਰ ਕੇ ਆਤਮਕ ਉਪਦੇਸ਼ ਬਖਸ਼ਿਸ਼ ਕਰਕੇ ਪ੍ਰਭੂ ਮਿਲਾਪ ਦਾ ਤੇ ਸਚਿਆਰ ਬਣਨ ਦਾ ਮਾਰਗ ਦਰਸ਼ਨ ਕੀਤਾ। ਜੋ ਸਾਰਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਆਪ ਜੀ ਨੇ ਧਰਮ ਪ੍ਰਚਾਰ ਹਿੱਤ ਤੀਰਥਾਂ ਦਾ ਵੀ ਭ੍ਰਮਣ ਕੀਤਾ। ਪਹਿਲਾਂ ਆਪ ਜੀ ਹੋਰ ਭਾਵਨਾ ਦੇ ਨਾਲ ਤੀਰਥਾਂ ਦੀ ਯਾਤਰਾ ਕਰਦੇ ਸਨ, ਪਰ ਹੁਣ ਭੱਟਾਂ ਦੇ ਫਰਮਾਨ ਅਨੁਸਾਰ ਸਭ ਲੋਕ ਉਦਰਨ ਅਰਥਾ ਦੇ ਮਿਸ਼ਨ ਦੀ ਪੂਰਤੀ ਲਈ ਤੀਰਥਾਂ ਤੇ ਗਏ। ਉੱਥੇ ਫੋਕਟ ਕਰਮ ਕਾਂਡਾਂ ਦੀ ਕ੍ਰਿਤ ਦੀ ਪੂਜਾ ਤੋਂ ਵਰਜ ਕੇ ਸੱਚ ਦੇ ਮਾਰਗ ਤੇ ਚੱਲਣ, ਮਨ ਮੇਰੇ ਕਰਤੇ ਨੂੰ ਸਲਾਹੇ ਦੀ ਤਾਕੀਦ ਕੀਤੀ। ਆਪ ਜੀ ਨੇ 22 ਸਾਲ ਜਗਤ ਕਲਿਆਣ ਦਾ ਮਹਾਨ ਕਾਰਜ ਕੀਤਾ ਅਤੇ 95 ਸਾਲ ਦੀ ਆਯੂ ਸੰਪੂਰਨ ਕਰਕੇ ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਆਪਣੇ ਕੋਲ ਸੱਦਿਆ ਤੇ ਹੁਕਮ ਕੀਤਾ ਕਿ ਧੁਰੋਂ ਖਸਮ ਮਾਲਕ ਦਾ ਸਾਨੂੰ ਸੱਦਾ ਆ ਗਿਆ ਹੈ। ਅਸੀਂ ਹੁਣ ਪ੍ਰਭੂ ਚਰਨਾਂ ਵਿੱਚ ਲੀਨ ਹੋਣਾ ਹੈ। ਆਪ ਜੀ ਨੇ ਫਰਮਾਨ ਕੀਤਾ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਰਾਮ ਕਲੀ ਸਦ ਅੰਗ 923। ਤੇ ਸਭਨਾਂ ਨੂੰ ਹੁਕਮ ਕੀਤਾ ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ। ਜਿਹੜਾ ਬਲੇਵੇ ਕਾਰਨ ਰੋਵੇਗਾ ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਮੇਰੇ ਸਰੀਰ ਤਿਆਗਣ ਤੋਂ ਉਪਰੰਤ ਕੀ ਕਰਨਾ ਹੈ, ਸਾਰਾ ਕੁਝ ਪਰਿਵਾਰ ਤੇ ਸੰਗਤ ਨੂੰ ਸਮਝਾ ਦਿੱਤਾ, ਜਿਸ ਨੂੰ ਬਾਬਾ ਸੁੰਦਰ ਜੀ ਨੇ ਰਾਮ ਕਲੀ ਸਦ ਦੇ ਵਿੱਚ ਅੰਕਿਤ ਕੀਤਾ ਹੈ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਅੰਤ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਰਾਮ ਕਲੀ ਸਦ ਅੰਗ 923। ਆਪ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸੌਂਪ ਕੇ 30 ਅਗਸਤ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੇ ਅਸਥਾਨ ਤੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੀ ਅਵਸਥਾ ਨੂੰ ਪ੍ਰਾਪਤ ਕਰ ਗਏ। ਆਪ ਜੀ ਨੇ ਸੰਸਾਰ ਨੂੰ ਨਾਸ਼ਵਾਨ ਦਰਸਾ ਕੇ ਸਦਾ ਸਥਿਰ ਰਹਿਣ ਵਾਲੇ ਸੱਚੇ ਪ੍ਰਭੂ ਦੇ ਨਾਲ ਜੁੜਨ ਦੀ ਹਦਾਇਤ ਕੀਤੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੁੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਤੇ ਮਨ ਨੂੰ ਅਸਲੀਅਤ ਤੋਂ ਜਾਣੂ ਕਰਾਇਆ ਹੈ ਕਿ ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਨਿੰਦਿਆ ਤੇ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਸਤਿਗੁਰੂ ਜੀ ਨੇ ਸੁਚੇਤ ਕੀਤਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਮਨ ਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਲੋਭੀ ਮਨੁੱਖ ਤੋਂ ਬਚਣ ਲਈ ਆਪ ਜੀ ਨੇ ਸਾਵਧਾਨ ਕੀਤਾ ਹੈ ਤੇ ਫਰਮਾਇਆ ਹੈ, ਲੋਭੀ ਕਾ ਬੇਸਾਵ ਨਾ ਕੀਜੈ, ਜੇ ਕਾ ਪਾਰ ਬਸਾਏ। ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੀ ਸੁਖ ਹੋਏ। ਹਰੀ ਦੇ ਨਿਵਾਸ ਦਾ ਸਥਾਨ ਦਰਸਾਉਂਦੇ ਹੋਏ ਆਪ ਜੀ ਨੇ ਫਰਮਾਇਆ, ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨ ਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਪ੍ਰਭਾਤੀ ਮਹੱਲਾ ਤੀਜਾ ਅੰਗ 1346। ਆਪਣੇ ਅੰਦਰ ਪ੍ਰਭੂ ਨੂੰ ਖੋਜਣ ਦੀ ਤਾਕੀਦ ਤੀਸਰੇ ਪਾਤਸ਼ਾਹ ਨੇ ਕੀਤੀ ਹੈ। ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ। ਕਾਇਆ ਅੰਦਰ ਜਗ ਜੀਵਨ ਦਾਤਾ ਬਸੈ, ਸਭਨਾ ਕਰੇ ਪ੍ਰਤਪਾਲਾ। ਮਨ ਨੂੰ ਸੰਬੋਧਨ ਕਰਕੇ ਅਸਲੀਅਤ ਤੋਂ ਜਾਣੂ ਕਰਾਉਂਦੇ ਨੇ
ਤੀਸਰੇ ਪਾਤਸ਼ਾਹ ਰਾਮਕਲੀ ਦੇ ਰਾਗ ਦੇ ਵਿੱਚ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਆਪ ਜੀ ਨੇ ਆਪਣੀ ਬਾਣੀ ਦੁਆਰਾ ਜੀਵਨ ਦੇ ਹਰ ਪਹਿਲੂ ਉੱਤੇ ਅਗਵਾਈ ਦਿੱਤੀ ਹੈ। ਮਨ ਨੂੰ ਜੋਤ ਸਰੂਪ ਦਾ ਰੂਪ ਦਰਸਾ ਕੇ ਆਪਣੇ ਧੁਰੇ ਨਾਲ ਮਿਲਣ ਲਈ ਪ੍ਰੇਰਦਿਆਂ ਪਰਮੇਸ਼ਰ ਅੰਗ ਸੰਗ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਝੂਠੇ ਨਸ਼ਿਆਂ ਤੋਂ ਵਰਜ ਕੇ ਨਾਮ ਦੇ ਰੰਗ ਦੇ ਵਿੱਚ ਆਪਣੀ ਆਤਮਾ ਨੂੰ ਰੰਗਣ ਦੀ ਤਾਕੀਦ ਕੀਤੀ ਹੈ। ਨਿੰਦਿਆ ਦੇ ਬੱਜਰ ਭਾਰ ਤੋਂ ਵਰਜਿਆ ਹੈ। ਪਰਾਈ ਅਮਾਨਤ ਤੇ ਆਪਣਾ ਕਬਜ਼ਾ ਜਮਾਉਣ ਤੋਂ ਹੋੜਨਾ ਕੀਤੀ ਹੈ। ਸਰੀਰ ਅੰਦਰ ਹੀ ਸਾਰਾ ਕੁਝ ਦਰਸਾ ਕੇ ਉਸ ਦੀ ਗੁਰੂ ਅਗਵਾਈ ਦੇ ਵਿੱਚ ਪ੍ਰਾਪਤੀ ਕਰਨ ਲਈ ਪ੍ਰੇਰਨਾ ਦਿੱਤੀ ਹੈ ਤੇ ਨਾਲ ਹੀ ਇਹ ਹਦਾਇਤ ਕੀਤੀ ਹੈ ਕਿ ਮਾਇਆ ਦੇ ਪ੍ਰਭਾਵ ਅਧੀਨ ਅੰਨੇ ਬੋਲੇ ਨਹੀਂ ਬਣਨਾ, ਸਗੋਂ ਮਾਇਆ ਦੇ ਪ੍ਰਭਾਵ ਤੋਂ ਸੁਚੇਤ ਹੋ ਕੇ ਗੁਰੂ ਉਪਦੇਸ਼ ਸੁਣ ਕੇ ਉਸ ਦੇ ਧਾਰਨੀ ਬਣ ਕੇ ਆਪਣੇ ਲੋਕ ਸੁਖੀ ਪਰਲੋਕ ਸਹਿਲੇ ਕਰਨੇ ਨੇ। ਆਪ ਜੀ ਦੀ ਸ਼ਖਸੀਅਤ ਤੇ ਦੇਵੀ ਗੁਣਾਂ ਨੂੰ ਦਰਸਾਉਂਦਾ ਇੱਕ ਸਵਈਆ ਭੱਟ ਨਲ ਜੀ ਨੇ ਉਚਾਰਨ ਕੀਤਾ ਹੈ, ਜਿਸ ਨੂੰ ਪੜ੍ਹ ਲਈਏ ਤਾਂ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਮਹਾਨ ਜੀਵਨ ਦਰਸ਼ਨ ਦਾ ਝਲਕਾਰਾ ਜ਼ਰੂਰ ਪਵੇਗਾ। ਆਪ ਜੀ ਨੇ ਫਰਮਾਇਆ ਹੈ ਕਿ ਭਾਵੇਂ ਬਾਰਿਸ਼ ਦੇ ਬੱਦਲਾਂ ਦੀਆਂ ਬੂੰਦਾਂ, ਧਰਤੀ ਦੀ ਬਨਸਪਤੀ, ਬਸੰਤ ਰੁੱਤ ਵਿੱਚ ਫੁੱਲਾਂ ਦੀ ਗਿਣਤੀ, ਸੂਰਜ ਤੇ ਚੰਦਰਮਾ ਦੀਆਂ ਕਿਰਨਾਂ, ਸਮੁੰਦਰ ਦੇ ਪੇਟ ਤੇ ਗੰਗਾ ਦੀ ਲਹਿਰ ਵਿੱਚ ਕੋਈ ਲਹਿਰ, ਸਮੁੰਦਰ ਦਾ ਪੇਟ ਅਤੇ ਗੰਗਾ ਦੀਆਂ ਲਹਿਰਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਪਰ ਭਾਵੇਂ ਸ਼ਿਵ ਜੀ ਵਾਂਗ ਸਮਾਧੀ ਲਾ ਕੇ ਗੁਰੂ ਦੇ ਬਖਸ਼ਿਸ਼ ਕੀਤੇ ਗਿਆਨ ਦੁਆਰਾ ਇਹਨਾਂ ਪਦਾਰਥਾਂ ਦੀ ਕੋਈ ਗਿਣਤੀ ਕਰਕੇ ਵਰਣਨ ਕਰ ਹੀ ਦੇਵੇ, ਪਰ ਭੱਲਿਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਗੁਰੂ ਅਮਰਦਾਸ ਜੀ ਮਹਾਰਾਜ, ਆਪ ਜੀ ਦੀ ਮਹਿਮਾ, ਆਪ ਜੀ ਦੇ ਗੁਣ ਕਦੇ ਵੀ ਵਰਣਨ ਨਹੀਂ ਕੀਤੇ ਜਾ ਸਕਦੇ। ਤੁਹਾਡੇ ਵਰਗੇ ਤੁਸੀਂ ਆਪ ਹੀ ਹੋ। ਸਵਈਏ ਮਹੱਲੇ ਤੀਜੇ ਕੇ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੈ, रब सस किरण उदर सागर को, गंग तरंग अंत को पावै, रुद्र ध्यान ज्ञान सतगुर के, कब जन भल उन्हों जो गावै, भले अमरदास गुण तेरे, तेरी उपमा तोहे बनावे। भट्ट जालप जी का अनुभव वाचिए तो आप जी का फरमान है सवैये महले तीजे के, गुर अमरदास परस्यै पहम पातिक विनाश है, गुर अमरदास परस्यै सिद्ध साधिक असास है। गुर अमरदास परस्यै ध्यान लहिए पौ मुक है, गुर अमरदास परस्यै अभौ लभै गौ चुक है। एक बिन दुगण जो तौ रहे, जां सुमत्र मान वह लहै, जालपा पदार्थ इतड़े गुर अमरदास डिठै मिले। सो गुरु अमरदास जी महाराज ਦੇ ਦਰਸ਼ਨ ਕਰਨ ਤੇ ਕਿਹੜੀਆਂ ਬਰਕਤਾਂ ਵਰਤਦੀਆਂ ਨੇ ਇਹ ਦਰਸਾਇਆ ਹੈ ਭੱਟਾਂ ਨੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੇ
ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਕੋਈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਕੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਰੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਰੋਈ। ਆਪੇ ਤਰਸ ਪਰੋਈ, ਆਪੇ ਤਰਸ ਪਰੋਈ। ਆਪੇ ਤਰਸ ਪਰੋਈ, ਆਪੇ ਤਰਸ ਪਰੋਈ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਤਨ ਮਨ ਜੀਵੈ ਹਰਿਆ, ਤਨ ਮਨ ਜੀਵੈ ਹਰਿਆ। ਤਨ ਮਨ ਜੀਵੈ ਹਰਿਆ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਨਕ ਨਾਮ ਮਿਲੇ ਤਾਂ ਜੀਵਾ। ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ, ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ।
ਤਰਸ ਪਇਓਈ ਆਪੇ ਤਰਸ ਪਇਓਈ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ। ਹਾਂਜੀ, ਇਹ ਸਨ ਭਾਈ ਰਵਿੰਦਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਪ੍ਰੋਗਰਾਮ ਕਰਦੇ ਹਾਂ, ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਆਪਣਾ ਖਿਆਲ ਰੱਖਿਓ। ਵਾਹਿਗੁਰੂ ਨੇ ਸਵਾਸ ਬਖਸ਼ੇ ਤਾਂ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਰੱਬ ਰਾਖਾ। ਮੈਂ ਮਨ ਚਾਉ ਕਣਾ ਸਾਜ ਵਿਗਾਸੀ ਰਾਮ ਮੈਂ ਮਨ ਚਾਉ ਕਣਾ ਸਾਜ ਵਿਗਾਸੀ ਰਾਮ मोही प्रेम पिरे प्रभ अबनासी राम मोही प्रेम पिरे प्रभ अबनासी राम मैं मन जाओ कणा साज विगासी राम अब गतो हर नाथ नाथा तिसे भावे सोथिया कृपाल सदा दयाल दाता जिया अंदर ऊंचिया मैं अवर ज्ञान ना ध्यान पूरा हर नाम अंदर बस रहे एक पवनी हठ न जाना नाम का सच कह रहे
अपना श्री राम मैं मन चाहूं खड़ा साज विदा श्री राम मैं मन चाहूं खड़ा साज विदा